ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਾਰਾਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਖਾਨ ਛੁਰਾ ਅਰ ਬੇਗਾ ਪਾਸੀ ਨੰਦ ਸੂਦਨਾ ਹੋਏ ਹੁਲਾਸੀ। ਉਗਰੂ ਤਾਰੂ ਝੰਡਾ ਪੂਰੋ ਸੁਨ ਜਸ ਆਏ ਗੁਰੂ ਹਜੂਰੋ। ਖਾਨ ਛੁਰਾ ਅਰ ਬੇਗਾ ਪਾਸੀ ਨੰਦ ਸੂਦਨਾ ਹੋਏ ਹੁਲਾਸੀ। ਉਗਰੂ ਤਾਰੂ ਝੰਡਾ ਪੂਰੋ ਸੁਨ ਜਸ ਆਏ ਗੁਰੂ ਹਜੂਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓਂ ਜੀ के पावन पवित्र स्वरूप करुणा निधान जग दाते
ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਦੇ ਸਦਕਾ ਇਹ ਪਾਵਨ ਪਵਿੱਤਰ ਘੜੀਆਂ ਦਾ ਸੁਭਾਗ ਮਾਨਣੇ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤੀ ਵਡਿਆਈ ਸੋਭਾ ਸਰਵਣ ਕਰਨ ਵਾਸਤੇ ਆਪ ਸਭ ਮਾਈ ਭਾਈ ਸੰਗਤਾਂ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਅਥਾਹ ਸੇਵਾ ਕੀਤੀ। ਪਹਿਲਾਂ ਚਾਹੇ ਗੁਰੂ ਅੰਗਦ ਪਾਤਸ਼ਾਹ ਜੀ ਵਰਗੇ ਗੁਰੂ ਦੀ ਸੰਗਤ ਕਦੇ ਨਾ ਹੋਈ, ਪਰ ਜਦੋਂ ਹੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ, 12 ਸਾਲ ਲਗਾਤਾਰ ਗਾਗਰ ਢੋਈ। ਬਿਆਸ ਦਰਿਆ ਤੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਇਸ਼ਨਾਨ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਲ ਲੈ ਕੇ ਜਾਇਆ ਕਰਦੇ। ਔਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੰਨਾ ਨਿਯਮ, ਇੰਨਾ ਪ੍ਰੇਮ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਨਾਲ, ਜਦੋਂ ਵੀ ਗੋਇੰਦਵਾਲ ਸਾਹਿਬ ਤੋਂ ਜਾਂ ਵਾਹਿਗੁਰੂ ਖਡੂਰ ਸਾਹਿਬ ਤੋਂ ਬਾਹਰ ਨਿਕਲਦੇ ਜਲ ਲੈਣ ਵਾਸਤੇ, ਤੇ ਉਦੋਂ ਪੁੱਠੇ ਪੈਰੀਂ ਤੁਰਦੇ ਸਨ। ਆਪਣਾ ਮੁੱਖ ਹਮੇਸ਼ਾ ਗੋਇੰਦਵਾਲ ਸਾਹਿਬ ਵਾਲੇ ਪਾਸੇ ਰੱਖਦੇ ਵੀ ਮਤਾ ਕਿਤੇ ਸਾਡੀ ਕੰਡ ਹੋ ਜਾਵੇ, ਮਤਾ ਕਿਤੇ ਸਾਡੀ ਪਿੱਠ ਗੁਰੂ ਅੰਗਦ ਪਾਤਸ਼ਾਹ ਵਾਲੇ ਪਾਸੇ ਹੋ ਜਾਵੇ। ਪੁੱਠੇ ਪੈਰੀਂ ਤੁਰਿਆ ਕਰਦੇ। 12 ਵਰ੍ਹੇ ਦੀ ਅਥਾਹ ਸੇਵਾ ਤੋਂ ਬਾਅਦ ਧੰਨ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ। ਜੋਤੀ ਜੋਤ ਸਮਾਉਣੇ ਤੋਂ ਪਹਿਲਾਂ ਮਹਾਰਾਜ ਨੇ ਗੁਰੂ ਅੰਗਦ ਪਾਤਸ਼ਾਹ ਜੀਆਂ ਨੇ ਸਾਰੀ ਸਿੱਖ ਸੰਗਤ ਦੀ ਬਾਂਹ ਧੰਨ 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 ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਫੜਾਈ, ਤੇ ਇਹ ਮਹਾਰਾਜ ਜੀਆਂ ਨੇ ਬਚਨ ਕੀਤੇ ਕਿ ਇਹ ਸ੍ਰੀ ਅਮਰਦਾਸ ਜੀ ਸਾਡਾ ਰੂਪ ਹਨ। ਸਾਰੇ ਸਿੱਖ ਇਹਨਾਂ ਦੇ ਦਰਸ਼ਨ ਦਿਦਾਰੇ ਕਰਨ ਸਾਡਾ ਰੂਪ ਜਾਣ ਕੇ, ਔਰ ਇਹਨਾਂ ਵਿੱਚ ਅਜ਼ਮਤ ਇੰਨੀ ਹੋਵੇਗੀ ਕਿ ਜਿਸ ਦਾ ਕੋਈ ਅੰਤ ਨਹੀਂ ਹੋਵੇਗਾ। ਇੰਨੀਆਂ ਅਜ਼ਮਤਾਂ ਦੇ ਮਾਲਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ। ਸਾਧ ਸੰਗਤ ਜੀ, ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਨਗਰ ਵਸਾਇਆ, ਔਰ ਇੱਥੇ ਮਹਾਰਾਜ ਜੀਆਂ ਆਸਣ ਲਾ ਬੜਿਆਂ ਜੀਵਾਂ ਦੀ ਕਲਿਆਣ ਕੀਤੀ। ਜਿਵੇਂ ਪਾਰਸ ਦੇ ਨਾਲ ਕਿਤੇ ਗਲਿਆ ਸੜਿਆ ਲੋਹਾ ਛੋ ਜਾਵੇ ਤੇ ਉਹ ਸੜਿਆ ਲੋਹਾ ਵੀ ਸੋਨਾ ਬਣ ਜਾਂਦਾ। ਗੁਰੂ ਅਮਰਦਾਸ ਜੀ ਮਹਾਰਾਜ ਸਾਧ ਸੰਗਤ ਜੀ ਪਾਰਸ ਹਨ, ਤੇ ਕਿੱਡਾ ਵੀ ਮਨਮੁਖ ਦੁਰਮਤੀਆ ਗੋਇੰਦਵਾਲ ਸਾਹਿਬ ਜਾਂਦਾ ਹੈ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦਾ ਹੈ, ਤੇ ਮਹਾਰਾਜ ਤੋਂ ਇੱਕ ਵਾਰੀ ਸ਼ੁਭ ਸਿੱਖਿਆ ਸੁਣ ਲਵੇ ਸਹੀ, ਉਹੀ ਸਾਧ ਸੰਗਤ ਜੀ ਬੜਾ ਵੱਡਾ ਗੁਰਮੁਖ ਨਹੀਂ ਬਣਦਾ, ਉਹ ਬ੍ਰਹਮ ਗਿਆਨੀ ਬਣ ਜਾਂਦਾ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ 72 ਬ੍ਰਹਮ ਗਿਆਨੀ ਬਣਾਏ, 22 ਮੰਜੀਆਂ ਥਾਪੀਆਂ, ਤੇ 72 ਪੀੜੇ ਪ੍ਰਚਾਰ ਦੇ ਮਾਈਆਂ ਨੂੰ ਬਖਸ਼ੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ। ਐਸੇ ਪਾਵਨ ਪਵਿੱਤਰ ਸਤਿਗੁਰਾਂ ਦੀ ਬਾਬਤ ਭੱਟਾਂ ਨੇ ਲਿਖਿਆ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਹੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਤੁਹਾਡੇ ਵਰਗਾ ਜੈਸਾ ਤੂੰ ਤੈਸਾ ਤੁਹੀਂ ਕਿਆ ਉਪਮਾ ਦੀਜੈ। ਜਿਹੋ ਜਿਹੇ ਸਤਿਗੁਰੂ ਤੁਸੀਂ ਹੋ, ਉਹੋ ਜਿਹੇ ਕੇਵਲ ਤੁਸੀਂ ਹੋ, ਹੋਰ ਕਿਸੇ ਦਾ ਪ੍ਰਮਾਣ ਦੇ ਕੇ ਦੱਸਿਆ ਨਹੀਂ ਜਾ ਸਕਦਾ ਵੀ ਤੁਸੀਂ ਇਹੋ ਜਿਹੇ ਹੋ। ਮਹਾਰਾਜ ਚੰਦ ਵਰਗੇ ਵੀ ਨਹੀਂ ਕਹਿ ਸਕਦੇ। ਚੰਦ ਕੇਵਲ ਰਾਤ ਨੂੰ ਪ੍ਰਕਾਸ਼ ਕਰਦਾ ਹੈ,
ਤੇ ਮਹਾਰਾਜ ਤੁਹਾਡਾ ਪ੍ਰਕਾਸ਼ ਤਾਂ ਸਿੱਖਾਂ ਦੇ ਹਿਰਦਿਆਂ ਤੇ ਦਿਨੇ ਰਾਤ ਸਦਾ ਹੀ ਹੈ। ਫਿਰ ਮਹਾਰਾਜ ਕੀ ਤੁਹਾਨੂੰ ਸੂਰਜ ਆਖੀਏ? ਤੁਸੀਂ ਮਹਾਰਾਜ ਸੂਰਜ ਵਰਗੇ ਵੀ ਨਹੀਂ, ਜਾਂ ਸੂਰਜ ਮਹਾਰਾਜ ਤੁਹਾਡੇ ਵਰਗਾ ਨਹੀਂ। ਸੂਰਜ ਕੇਵਲ ਤੇ ਕੇਵਲ ਦਿਨੇ ਜੀਵਾਂ ਨੂੰ ਪ੍ਰਕਾਸ਼ ਬਖਸ਼ਦਾ ਹੈ, ਪਰ ਮਹਾਰਾਜ ਆਪ ਦਾ ਬ੍ਰਹਮ ਗਿਆਨ ਗੁਰਮਤਿ ਦਾ ਪ੍ਰਕਾਸ਼ ਨਿਰੰਤਰ ਦਿਨ ਰਾਤ ਹੈ। ਤੋ ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਦੀ ਗਾਥਾ ਆਪਾਂ ਸਾਰੀਆਂ ਸੰਗਤਾਂ ਖਾਲਸਾ ਜੀ ਪਿਛਲੇ ਸਮੇਂ ਤੋਂ ਆਨੰਦ ਮਾਣ ਰਹੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪ ਜੀਆਂ ਸ਼ਰਵਣ ਕੀਤਾ। ਬੇਅੰਤ ਨਾਮ ਦੇ ਸਿੱਖ ਜਿਹੜੇ ਵੈਰਾਮੂ ਮਹਿਤਾ ਮੋਹਣ ਮੱਲ ਅਮਰੂ ਆਦਿਕ ਸਿੱਖ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨੀ ਇਹ ਜਾਣ ਕੇ ਆਏ ਵੀ ਸੰਸਾਰ ਵਿੱਚ ਜੇ ਕੋਈ ਸੁੱਖ ਦੇ ਸਕਦਾ ਹੈ ਤੇ ਕੇਵਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਕਦੇ ਹੈ। ਹੋਰ ਸੰਸਾਰ ਵਿੱਚ ਕੋਈ ਨਹੀਂ ਜੋ ਸਾਨੂੰ ਸੁੱਖ ਦੇ ਸਕੇ। ਇਸ ਤੋਂ ਪਹਿਲਾਂ ਮਹਾਰਾਜ ਦੇ ਪਾਤਸ਼ਾਹ ਸੰਗਤ ਜੀ ਪਿਰਥੀ ਮੱਲ ਤੇ ਤੁਲਸਾ ਨਾਮ ਦੇ ਦੋ ਸਿੱਖ ਡੱਲਾ ਨਗਰ ਜਿਹੜਾ ਸੁਲਤਾਨਪੁਰ ਸਾਹਿਬ ਦੇ ਕੋਲ ਹੈ, ਇੱਥੋਂ ਦੇ ਸਿੱਖ ਗੋਇੰਦਵਾਲ ਸਾਹਿਬ ਆਏ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਤੁਹਾਡਾ ਤੇ ਸਾਡਾ ਜਿਹੜਾ ਵਾ ਉਹ ਜਾਤ ਗੋਤ ਇੱਕੋ ਹੀ ਹੈ। ਇਹ ਵੀ ਭੱਲੇ ਸਨ, ਪਿਰਥੀ ਮੱਲ ਤੇ ਭਾਈ ਤੁਲਸਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹੰਕਾਰ ਵਸ ਹੋਏ, ਕਹਿੰਦੇ ਮਹਾਰਾਜ ਅਸੀਂ ਵੀ ਭੱਲਿਆਂ ਦੇ ਵਿੱਚੋਂ ਹਾਂ, ਤੁਸੀਂ ਵੀ, ਤੇ ਸਤਿਗੁਰੂ ਜੀ ਤੁਹਾਡਾ ਤੇ ਸਾਡਾ ਇੱਕੋ ਹੀ ਗੋਤ ਹੈ। ਵਿਖਾਉਣਾ ਚਾਹਿਆ ਸਾਰੀ ਸੰਗਤ ਨੂੰ ਵੀ ਅਸੀਂ ਮਹਾਰਾਜ ਦੇ ਗੋਤ ਦੇ ਹੋਣ ਕਰਕੇ ਸੰਗਤ ਨਾਲੋਂ ਵੱਡੇ ਹਾਂ। ਉਸੇ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹਨਾਂ ਨੂੰ ਟੋਕ ਦਿੱਤਾ, ਆਖਿਆ ਪਿਰਥੀ ਮੱਲ ਤੁਲਸਾ ਜੀ, ਗੁਰੂ ਕਿਸੇ ਇੱਕ ਜਾਤ ਦਾ ਨਹੀਂ ਹੁੰਦਾ, ਗੁਰੂ ਤਾਂ ਸਾਰੀਆਂ ਜਾਤਾਂ ਦਾ ਸਾਂਝਾ ਹੈ। ਏਕ ਪਿਤਾ ਏਕ ਸਕੇ ਹਮ ਬਾਰਿਕ, ਉਹ ਅਕਾਲ ਪੁਰਖ ਇੱਕ ਹੈ, ਇੱਕ ਦੇ ਬਣਾਏ ਹੋਏ ਅਸੀਂ ਸਾਰੇ ਹਾਂ। ਇਸ ਕਰਕੇ ਗੁਰੂ ਦੀ ਜਾਤ ਨਹੀਂ ਪਰਖੀ ਦੀ। ਇਹਨਾਂ ਨੂੰ ਮਹਾਰਾਜ ਜੀ ਨਿਮਰਤਾ ਰੱਖਣ ਦਾ ਉਪਦੇਸ਼ ਬਖਸ਼ਿਆ। ਉਗਰਸੈਨ ਦੀਪਾ ਰਾਮੂ ਆਦਿਕ ਸਿੱਖ ਵੀ ਮਹਾਰਾਜ ਦੇ ਪਾਸ ਆਏ ਤੇ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਈ ਸਾਨੂੰ ਵੀ ਉਪਦੇਸ਼ ਬਖਸ਼ੋ, ਸਾਡਾ ਵੀ ਕਲਿਆਣ ਹੋਵੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲਾ ਸਾਂਭੋ, ਸੂਰਜ ਚੜ੍ਹੇ ਤੇ ਪਹਿਲੇ ਇਸ਼ਨਾਨ ਕਰਕੇ ਤੇ ਉਹਨਾਂ ਸਮਿਆਂ ਵਿੱਚ ਖਾਲਸਾ ਜੀ ਮਹਾਰਾਜ ਵਾਹਿਗੁਰੂ ਮੰਤਰ ਦਾ ਜਿਹੜਾ ਗੁਰਮੰਤਰ ਹੈ ਇਹ ਸਿੱਖਾਂ ਨੂੰ ਬਹੁਤ ਦ੍ਰਿੜਾਇਆ ਕਰਦੇ ਸਨ। ਆਖਣਾ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕਰੋ ਔਰ ਵਾਹਿਗੁਰੂ 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 ਇਹ ਪਾਵਨ ਬਾਣੀ ਪਾਵਨ ਗੁਰਮੰਤਰ ਪੜ੍ਹਨਾ ਕਰੋ। ਇਸੇ ਤਰ੍ਹਾਂ ਸਾਧ ਸੰਗਤ ਦੀ ਬੇਅੰਤ ਸਿੱਖਾਂ ਨੂੰ ਮਹਾਰਾਜ ਜੀਆਂ ਨੇ ਹੋਰ ਹਲਤ ਪਲਤ ਬੜਿਆਂ ਸਿੱਖਾਂ ਦੀ ਕਲਿਆਣ ਕੀਤਾ ਹੈ, ਜਿਹਦੇ ਵਿੱਚ ਮਹਾਰਾਜ ਜੀਆਂ ਨੇ ਜ਼ਿਆਦਾਤਰ ਇਹ ਜ਼ੋਰ ਦਿੱਤਾ ਵੀ ਇੱਕ ਭੁੱਖੇ ਨੂੰ ਅੰਨ ਦੇਣਾ ਤੇ ਦੂਜਾ ਸਾਧ ਸੰਗਤ ਜੀਓ ਜੇ ਕੋਈ ਸਰੀਰ ਕਰਕੇ ਕੱਪੜੇ ਕਿਸੇ ਦੇ ਪਾਟੇ ਆ ਉਹਨੂੰ ਬਸਤਰ ਦੇਣਾ, ਇਹਦੇ ਵਰਗਾ ਕੋਈ ਪੁੰਨ ਨਹੀਂ। ਸਭ ਤੋਂ ਵੱਡਾ ਮਹਾਰਾਜ ਜੀਆਂ ਦਾਨ ਪੁੰਨ ਸਾਧ ਸੰਗਤ ਜੀ ਅੰਨ ਦਾ ਦੱਸਿਆ ਹੈ। ਗਰੀਬ ਨਵਾਜ ਸਿੱਖਾਂ ਨੂੰ ਦੱਸਦੇ ਹੈ ਕਿ ਭਾਈ ਅੰਨ ਦਾ ਦਾਨ ਸਭ ਤੋਂ ਵੱਡਾ ਹੈ। ਅੰਨ ਦਾ ਦਾਨ ਇਸ ਕਰਕੇ ਵੱਡਾ ਕਿਉਂਕਿ ਅੰਨ ਦੇ ਆਸਰੇ ਪ੍ਰਾਣ ਹਨ। ਕਿਸੇ ਨੂੰ ਕੱਪੜਾ ਨਾ ਮਿਲੇ ਸਾਧ ਸੰਗਤ ਜੀ ਉਹ ਮਰਦਾ ਨਹੀਂ, ਕਿਸੇ ਨੂੰ ਜੋੜਾ ਨਾ ਮਿਲੇ ਉਹ ਮਰਦਾ ਨਹੀਂ। ਹੋਰ ਵੀ ਸਾਧ ਸੰਗਤ ਜੀ ਬੜੀਆਂ ਵਸਤਾਂ ਹਨ, ਜੇ ਨਾ ਮਿਲਣ ਤੇ ਜੀਵ ਮਰਦਾ ਨਹੀਂ, ਪਰ ਅੰਨ ਦੇ ਵਿੱਚ ਸਾਰਿਆਂ ਜੀਵਾਂ ਦੇ ਪ੍ਰਾਣ ਵਸਦੇ ਹੈ। ਅੰਨ ਨਾ ਛਕੋਗੇ ਤੇ ਪ੍ਰਾਣੀ ਕੁਝ ਸਮੇਂ ਵਿੱਚ ਹੀ ਚੜ੍ਹਾਈ ਕਰ ਜਾਂਦਾ। ਇਸ ਕਰਕੇ ਮਹਾਰਾਜ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਵੇਖੋ ਭਾਈ ਪਹਿਲੇ ਸਮਿਆਂ ਦੇ ਵਿੱਚ ਜੋਗੀ ਪੁਰਸ਼ ਹੋਏ, ਉਹ ਜੰਗਲਾਂ ਵਿੱਚ ਜਾਂਦੇ, ਬੈਠ ਕੇ ਸਾਰੀ ਉਮਰ ਤਪ ਕਰਦੇ, ਫਿਰ ਕਿਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਜਾਂ ਨਾ ਹੁੰਦੀ ਕੋਈ ਪੱਕਾ ਨਹੀਂ। ਪਰ ਮਹਾਰਾਜ ਕਹਿੰਦੇ ਹੁਣ ਭਾਈ ਕਲਯੁਗ ਦੇ ਸਮੇਂ ਵਿੱਚ ਨਾਮ ਸਾਰਿਆਂ ਤੋਂ ਵੱਡਾ ਹੈ। ਕਿਸੇ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਆਪਣੇ ਪਰਿਵਾਰ ਪਾਲੋ, ਘਰੇ ਰਹੋ। ਔਰ ਘਰੇ ਰਹਿ ਕਰਕੇ ਕਰਨਾ ਕੀ ਹੈ,
ਗ੍ਰਹਿਸਥੀ ਜੀਵਨ ਦੇ ਵਿੱਚ ਵੱਡਾ ਪੁੰਨ ਇਹ ਹੈ ਵੀ ਗ੍ਰਹਿਸਥੀ ਦੇ ਦਰਵਾਜ਼ੇ ਤੋਂ ਕੋਈ ਖਾਲੀ ਨਾ ਮੁੜੇ। ਜੇ ਕੋਈ ਭੁੱਖਾ ਆਵੇ ਉਹਨੂੰ ਉਸੇ ਵਕਤ ਹੀ ਪ੍ਰਸ਼ਾਦਾ ਯਥਾ ਸ਼ਕਤ ਆਹਾਰ ਤਿਆਰ ਕਰਕੇ ਛਕਾਇਆ ਜਾਵੇ। ਜੇ ਸਾਧ ਸੰਗਤ ਜੀ ਕੋਈ ਕੱਪੜਿਆਂ ਕਰਕੇ ਨੰਗਾ ਆਉਂਦਾ, ਕਿਸੇ ਦੇ ਕੱਪੜੇ ਪਾਟੇ ਹਨ, ਜਿਵੇਂ ਠੰਡ ਦੀ ਰੁੱਤ ਦੇ ਵਿੱਚ ਕਿਸੇ ਦੇ ਬਾਰੀਕ ਸੂਖਮ ਕੱਪੜੇ ਪਾਏ ਹੋਏ ਜਿਨ੍ਹਾਂ ਦੇ ਨਾਲ ਉਹਦੇ ਸਰੀਰ ਨੂੰ ਕਸ਼ਟ ਹੁੰਦਾ, ਉਹਨੂੰ ਕੋਈ ਮੋਟਾ ਵਸਤਰ ਦੇਣਾ। ਜੇ ਗਰਮੀ ਵਿੱਚ ਕਿਸੇ ਮੋਟਾ ਵਸਤਰ ਪਾਇਆ ਤੇ ਉਹਨੂੰ ਗਰੀਬ ਜਾਣ ਕੇ ਉਹਨੂੰ ਪਤਲੇ ਸੂਖਮ ਵਸਤਰ ਦੇਣੇ ਕਿ ਉਹਦੇ ਸਰੀਰ ਨੂੰ ਸ਼ਾਂਤੀ ਆਵੇ। ਮਹਾਰਾਜ ਕਹਿੰਦੇ ਇਹੋ ਜਿਹੇ ਗ੍ਰਸਤੀ ਜਿਹੜੇ ਆ ਉਹਨਾਂ ਦੀ ਇਸੇ ਰਾਹ ਤੇ ਚੱਲ ਕੇ ਕਲਿਆਣ ਹੁੰਦੀ ਹੈ। ਉਹਨਾਂ ਨੂੰ ਕੋਈ ਲੋੜ ਨਹੀਂ ਗੰਗਾ ਤੇ ਜਾਣ ਦੀ, ਉਹਨਾਂ ਨੂੰ ਕੋਈ ਲੋੜ ਨਹੀਂ ਧੂਣੇ ਤਾ ਕੇ ਤਪ ਕਰਨ ਦੀ, ਉਹਨਾਂ ਨੂੰ ਕੋਈ ਲੋੜ ਨਹੀਂ ਜੰਗਲਾਂ ਦੇ ਵਿੱਚ ਭਟਕਣ ਦੀ, ਕੰਨ ਪੜਵਾ ਕੇ ਮੁੰਦਰਾਂ ਘਰ ਛੱਡਣ ਦੀ। ਇਹ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਜੀਆਂ ਸਿੱਖਾਂ ਨੂੰ ਬਖਸ਼ਿਆ। ਅੱਗੇ ਖਾਲਸਾ ਜੀ ਬਸ ਕੁਝ ਕੁ ਸਿੱਖ ਜਿਹੜੇ ਆ ਉਹ ਮਹਾਰਾਜ ਦੇ ਪਾਸ ਹੋਰ ਆਏ। 72 ਸਿੱਖ ਸਨ। 72 ਸਿੱਖਾਂ ਨੂੰ ਮਹਾਰਾਜ ਨੇ ਬ੍ਰਹਮ ਗਿਆਨੀ ਬਣਾਇਆ ਸੀ, ਬ੍ਰਹਮ ਗਿਆਨੀ ਦੀ ਪਦਵੀ ਬਖਸ਼ੀ। ਕੁਝ ਕੁ ਸਿੱਖਾਂ ਦਾ ਪ੍ਰਸੰਗ ਆਪਾਂ ਪਿਛਲੇ ਸਮੇਂ ਸੁਣਿਆ, ਜਿਹੜਾ ਰਹਿ ਗਿਆ ਉਹ ਅੱਜ ਆ ਰਿਹਾ। ਮਨ ਚਿੱਤ ਬਿਰਤੀਆਂ ਕਾਗਰ ਕਰੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ, ਔਰ ਸਾਰੀ ਸੰਗਤ ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਖਾਨ ਛੁਰਾ ਅਰ ਬੇਗਾ ਪਾਸੀ। ਅੱਗੇ ਸਾਧ ਸੰਗਤ ਜੀ ਉਹਨਾਂ 72 ਸਿੱਖਾਂ ਵਿੱਚੋਂ ਕੁਝ ਬਾਕੀ ਸਿੱਖ ਜਿਨ੍ਹਾਂ ਦਾ ਪ੍ਰਸੰਗ ਰਹਿੰਦਾ, ਉਹ ਪ੍ਰਸੰਗ ਆ ਰਿਹਾ। ਖਾਨ ਛੁਰਾ ਨਾਮ ਦਾ ਸਿੱਖ ਔਰ ਇੱਕ ਬੇਗਾ ਪਾਸੀ ਨਾਮ ਦਾ ਸਿੱਖ ਹੈ। ਨੰਦ ਸੂਦਨਾ ਹੋਏ ਹੁਲਾਸੀ। ਤੇ ਇੱਕ ਭਾਈ ਨੰਦ ਜੀ ਜਿਨ੍ਹਾਂ ਦਾ ਨਾਮ ਨੰਦ ਸੂਦਨਾ, ਜਿਨ੍ਹਾਂ ਦੀ ਜਾਤ ਲਿਖੀ ਹੋਈ ਹੈ। ਇਹ ਨੰਦ ਸੂਦਨਾ, ਇਹ ਤਿੰਨੇ ਸਿੱਖ ਜਿਹੜੇ ਵਾ ਖਾਨ ਛੁਰਾ, ਬੇਗਾ ਪਾਸੀ ਤੇ ਨੰਦ ਸੂਦਨਾ, ਇਹ ਤਿੰਨੇ ਸਿੱਖ ਬੜੇ ਪ੍ਰੇਮ ਦੇ ਨਾਲ ਖੇੜੇ ਦੇ ਵਿੱਚ ਉਗਰੂ ਤਾਰੂ ਝੰਡਾ ਪੂਰੋ। ਇਹ ਕਹਿੰਦੇ ਇੱਕ ਉਗਰੂ ਨਾਮ ਦਾ ਸਿੱਖ, ਤਾਰੂ ਨਾਮ ਦਾ ਇੱਕ ਝੰਡਾ, ਇੱਕ ਪੂਰੋ ਨਾਮ ਦਾ ਸਿੱਖ ਹੈ। ਸੁਨ ਜਸ ਆਏ ਗੁਰੂ ਹਜੂਰੋ। ਤੇ ਇਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਸੁਣੀ। ਸੰਸਾਰ ਵਿੱਚ ਵੀ ਗੋਇੰਦਵਾਲ ਸਾਹਿਬ ਪਰਮੇਸ਼ਰ ਅਵਤਰੇ ਹੋਏ। ਪਰਮੇਸ਼ਰ ਜੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਅਕਾਲ ਪੁਰਖ ਸਰਗੁਣ ਸਰੂਪ ਧਾਰ ਕਰਕੇ ਤੇ ਗੋਇੰਦਵਾਲ ਧਰਤੀ ਨੂੰ ਭਾਗ ਲਾਇਆ। ਇਹ ਸਾਧ ਸੰਗਤ ਜੀ ਵਿਚਾਰ ਕਰਕੇ ਸਾਰੇ ਸਿੱਖ ਗੋਇੰਦਵਾਲ ਸਾਹਿਬ ਪਹੁੰਚ ਰਹੇ ਆ। ਮਸਤਕ ਟੇਕ ਅਦਬ ਤੇ ਬੈਸੇ। ਤੇ ਇੱਥੇ ਆਏ ਮੱਥਾ ਟੇਕ ਕਰਕੇ ਬੜੇ ਸਤਿਕਾਰ ਦੇ ਨਾਲ ਮਹਾਰਾਜ ਦੀ ਸੰਗਤ ਵਿੱਚ ਬੈਠ ਗਏ ਆ। ਬੂਝਤ ਭਏ ਸ਼੍ਰੇ ਹੋਏ ਜੈਸੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹਨਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿ ਸਾਡੀ ਵੀ ਕਲਿਆਣ ਹੋ ਸਕਦੀ ਹੈ, ਮਹਾਰਾਜ ਸਾਨੂੰ ਵੀ ਮੁਕਤੀ ਮਿਲ ਸਕਦੀ ਹੈ। ਮਹਾਰਾਜ ਕਿਰਪਾ ਕਰੋ, ਕੋਈ ਇਹੋ ਜਿਹੀ ਸਿੱਖਿਆ, ਕੋਈ ਇਹੋ ਜਿਹਾ ਉਪਦੇਸ਼ ਬਖਸ਼ੋ ਮਹਾਰਾਜ ਜੀ ਦੇ ਨਾਲ ਸਾਡੀ ਕਲਿਆਣ ਹੋਵੇ, ਸਾਨੂੰ ਵੀ ਸੁੱਖ ਮਿਲ ਸਕੇ। ਸ਼੍ਰੀ ਗੁਰ ਅਮਰ ਕਹਿਓ ਸੁਨ ਲੀਜੈ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਬਿਰਦ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ। ਜੋ ਮਹਾਰਾਜ ਦੀ ਚਰਨੀ ਆਉਂਦਾ ਮਹਾਰਾਜ ਉਹਨੂੰ ਜ਼ਰੂਰ ਨਿਵਾਜਦੇ ਹਨ, ਕਿਉਂਕਿ ਸਤਿਗੁਰੂ ਜੀ ਗਰੀਬ ਨਿਵਾਜ ਹਨ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਜੀ ਕਹਿੰਦੇ, ਲਓ ਭਾਈ ਸਿੱਖੋ, ਮੁਕਤੀ ਲੈਣ ਵਾਸਤੇ ਆਇਓ ਤੇ ਮੁਕਤੀ ਦਾ ਉਪਦੇਸ਼ ਸੁਣਨਾ ਕਰੋ। ਅਬ ਕਲ ਕਾਲ ਵਿਸਾਲ ਜਨੀਜੈ। ਵੀ ਜਾਣੋ ਵੀ ਹੁਣ ਜਿਹੜਾ ਸਮਾਂ ਚੱਲਦਾ ਨਾ ਉਹ ਡਾਢਾ ਕਲਯੁਗ ਦਾ ਹੈ। ਇਸ ਵਕਤ ਬਹੁਤ ਭਾਰੀ ਕਲਯੁਗ ਦਾ ਸਮਾਂ ਚੱਲ ਰਿਹਾ। ਪ੍ਰਥਮ ਜੁਗਨ ਮਹਿ ਜਗ ਕਰਨ ਤੇ ਇਹ ਕਲਯੁਗ ਤੋਂ ਬਿਨਾਂ ਜਿਹੜੇ ਪਹਿਲੇ ਯੁੱਗ ਸਨ, ਸਤਿਯੁਗ, ਦੁਆਪੁਰ ਤੇ ਤ੍ਰੇਤਾ, ਇਹਨਾਂ ਯੁੱਗਾਂ ਦੇ ਵਿੱਚ ਬੜੇ ਭਾਰੀ ਜੱਗ ਕੀਤੇ ਜਾਂਦੇ ਸੀ। ਹਜ਼ਾਰਾਂ ਮਣ ਹੀ ਘਿਓ ਪਾ ਕਰਕੇ, ਸਮੱਗਰੀ ਪਾ ਕਰਕੇ
ਅਸਮੇਤ ਜਗ ਗੈਂਡਾ ਜਗ ਇਤਿਆਦਿਕ ਬੇਅੰਤ ਤਰ੍ਹਾਂ ਦੇ ਜਿਹੜੇ ਵੈ ਉਹ ਜਗ ਕੀਤੇ ਜਾਂਦੇ ਸਨ ਪਹਿਲੇ ਯੁੱਗਾਂ ਅੰਦਰ। ਹੋਮਤ ਦੇਵ ਤਾਣ ਤ੍ਰਿਪਤੰਤੇ। ਤੇ ਹਵਨ ਕੀਤੇ ਜਾਂਦੇ ਸੀ। ਹਵਨ ਕਰਕੇ ਇਹ ਜਾਣਿਆ ਜਾਂਦਾ ਸੀ ਵੀ ਜਿਹੜੀ ਅੱਗ ਹੈ ਨਾ ਉਹ ਦੇਵਤਿਆਂ ਦੀ ਜੀਭ ਮੰਨੀ ਸਾਧ ਸੰਗਤ ਜੀ ਵੇਦਾਂ ਦੇ ਅੰਦਰ ਸਿਮਰਤੀਆਂ ਅੰਦਰ। ਤੇ ਕਹਿੰਦੇ ਉਹ ਹਵਨ ਜਦੋਂ ਹਵਨ ਦੀ ਸਮੱਗਰੀ ਅੱਗ 'ਚ ਪਾਉਂਦੇ ਸੀ ਕਹਿੰਦੇ ਸਾਰੀ ਦੇਵਤਿਆਂ ਨੂੰ ਜਾਂਦੀ ਹੈ। ਕਿਉਂ? ਅੱਗ ਨੂੰ ਦੇਵਤਿਆਂ ਦੀ ਜੀਭ ਮੰਨਦੇ ਆ ਸਨਾਤਨ ਵਿੱਚ। ਮਹਾਰਾਜ ਕਹਿੰਦੇ ਵੇਖੋ ਉਹਨਾਂ ਸਮਿਆਂ ਵਿੱਚ ਹਵਨ ਕਰ ਕਰਕੇ ਦੇਵਤਿਆਂ ਨੂੰ ਤ੍ਰਿਪਤ ਕੀਤਾ ਜਾਂਦਾ ਸੀ, ਖੁਸ਼ ਕੀਤਾ ਜਾਂਦਾ ਸੀ। ਤਿਹ ਸਮ ਫਲ ਸਿੱਖ ਦੇਹੋ ਆਹਾਰਾ। ਤੇ ਹੁਣ ਜਾਣੋ ਵੀ ਜਗ ਤੇ ਕਿੰਨਾ ਘਿਓ ਲੱਗਦਾ, ਕਿੰਨਾ ਸਮੱਗਰੀ ਲੱਗ ਜਾਂਦੀ ਹੈ। ਹਵਨ ਤੇ ਕਿੰਨੀ ਸਮੱਗਰੀ ਲੱਗਦੀ ਹੈ। ਮਹਾਰਾਜ ਕਹਿੰਦੇ ਜਿੰਨਾ ਜਗ ਹਜ਼ਾਰਾਂ ਕਰੋੜਾਂ ਜੱਗਾਂ ਦਾ ਹੈ, ਕਲਯੁਗ ਦੇ ਵਿੱਚ ਓਨਾ ਫਲ ਇੱਕ ਭੁੱਖੇ ਸਿੱਖ ਨੂੰ ਪ੍ਰਸ਼ਾਦਾ ਛਕਾਏ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖੋ ਜੇ ਕਲਿਆਣ ਚਾਹੁੰਦੇ ਹੋ ਤੇ ਇਹ ਜਾਣ ਲਓ ਵੀ ਦੂਜਿਆਂ ਸਮਿਆਂ ਦੇ ਵਿੱਚ ਜਿੰਨਾ ਹਵਨਾਂ ਦਾ ਯੱਗ ਕਰਨ ਦਾ ਫਲ ਸੀਗਾ ਇੰਨਾ ਫਲ ਕੇਵਲ ਤੇ ਕੇਵਲ ਇੱਕ ਭੁੱਖੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ ਤੇ ਇੰਨਾ ਫਲ ਮਿਲ ਜਾਂਦਾ ਹੈ। ਭਾਉ ਕਰਿਓ ਲਿਹੋ ਭਗਤ ਆਧਾਰਾ। ਤੇ ਭਗਤੀ ਦਾ ਆਸਰਾ ਲਓ ਤੇ ਸਿੱਖਾਂ ਦੇ ਨਾਲ ਸੰਗਤ ਦੇ ਨਾਲ ਜਾਂ ਸਮੁੱਚੀ ਮਾਨਵਤਾ ਦੇ ਨਾਲ ਭਾਵ ਕਰੋ। ਪ੍ਰੇਮ ਕਰਨਾ ਚਾਹੀਦਾ ਹੈ। ਸਭ ਜੀਵਾਂ ਨਾਲ ਪ੍ਰੇਮ ਕਰਨਾ, ਜੀਵਾਂ ਤੇ ਦਇਆ ਕਰਨੀ ਔਰ ਭਗਤੀ ਦਾ ਭੈ ਗਿਆਨ ਤੇ ਤਿਆਗ ਦਾ ਆਸਰਾ ਲੈਣਾ। ਜੀਵਤ ਰਹੋ ਸਰਬ ਸੁਖ ਪਾਵ। ਤੇ ਫਿਰ ਐਂ ਕਰੋਗੇ ਤੇ ਜਿੰਨਾ ਸਮਾਂ ਜਿਉਂਦੇ ਰਹੋਗੇ ਸਾਰੇ ਹੀ ਸੁੱਖ ਮਿਲਣਗੇ। ਕਿਸੇ ਸੁੱਖ ਦੀ ਕਮੀ ਤੁਹਾਡੇ ਪਾਸ ਨਹੀਂ ਆਵੇਗੀ, ਹੱਥ ਨਹੀਂ ਅੱਡਣਾ ਪਵੇਗਾ। ਵਾਹਿਗੁਰੂ ਔਰ ਬਿਖੈ ਬਸਾਵ। ਤੇ ਵਾਹਿਗੁਰੂ 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 ਇਹ ਨਾਮ ਜਿਹੜਾ ਪਰਮੇਸ਼ਰ ਦਾ ਜਨਾਇਕ ਹੈ, ਇਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ, ਆਪਣੇ ਮਨ ਵਿੱਚ ਵਾਸਾ ਰੱਖੋ। ਗ੍ਰਹਸਤ ਵਿਖੇ ਸੁਖ ਲਹੋ ਸੁਖਾਰੇ। ਤੇ ਸੌਖੇ ਹੀ ਸੁੱਖ ਮਿਲੇਗਾ ਤੁਹਾਨੂੰ ਗ੍ਰਹਸਤ ਵਿੱਚ ਰਹਿੰਦਿਆਂ ਹੋਇਆਂ। ਕੋਈ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਕੋਈ ਬਹੁਤੇ ਧੂਣੇ ਤੌਣੇ ਤਪ ਕਰਨ ਦੀ ਲੋੜ ਨਹੀਂ। ਘਰੇ ਆਏ ਪਰਿਵਾਰ ਵਿੱਚ ਰਹੋ ਔਰ ਘਰੇ ਆਏ ਭੁੱਖੇ ਸਿੱਖ ਨੂੰ ਪ੍ਰਸ਼ਾਦਾ ਛਕਾਓ ਤੇ ਦਸਾਂ ਨਹੁੰ ਦੀ ਕਿਰਤ ਕਰਨੀ। ਘਰ ਵਿੱਚ ਰਹਿ ਕਰਕੇ ਹੀ ਕੰਮ ਕਰਦਿਆਂ ਹੋਇਆਂ ਵਾਹਿਗੁਰੂ 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 ਨਾਮ ਜਪਣਾ। ਇਸੇ ਦੇ ਨਾਲ ਹੀ ਮਹਾਰਾਜ ਕਹਿੰਦੇ ਤੁਹਾਨੂੰ ਸੌਖਾ ਹੀ ਸੁੱਖ ਮਿਲ ਜਾਵੇਗਾ। ਕੋਈ ਬਹੁਤੀ ਘਾਲਣਾ ਨਹੀਂ ਘਾਲਣੀ ਪੈਣੀ। ਜਥਾ ਕਰਨ ਤਪ ਵਿਪਨ ਮਝਾਰੇ। ਕਹਿੰਦੇ ਆ ਜਿਵੇਂ ਜੰਗਲ ਵਿੱਚ ਤਾਪ ਕਰੀਦਾ ਬੜਾ ਸਮਾਂ, ਘਰ ਛੱਡ ਕੇ ਜੰਗਲ ਵਿੱਚ ਬਹਿ ਕੇ ਤਾਪ ਕਰਨ ਦੇ ਬਰਾਬਰ ਘਰ ਵਿੱਚ ਬਹਿ ਕੇ ਇੱਕ ਵਾਰੀ ਵਾਹਿਗੁਰੂ ਕਹਿ ਲਓ ਤੇ ਜੰਗਲ ਵਿੱਚ ਹਜ਼ਾਰਾਂ ਸਾਲ ਤਪ ਕੀਤੇ ਦੇ ਬਰਾਬਰ ਫਲ ਹੈ। ਜਿਹੋ ਜਿਹਾ ਸਾਧ ਸੰਗਤ ਜੀ ਸਾਰੀ ਉਮਰ ਜੰਗਲ ਵਿੱਚ ਪੁੱਠੇ ਲਮਕ ਕੇ ਤਪ ਕੀਤਾ ਤੇ ਜਿਹੋ ਜਿਹਾ ਘਰ ਵਿੱਚ ਬੈਠਿਆਂ ਵਾਹਿਗੁਰੂ 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 ਕਹਿ ਲਿਆ, ਇੰਨਾ ਮਹਾਰਾਜ ਕਹਿੰਦੇ ਫਲ ਮਿਲਦਾ ਹੈ। ਦੋਇ ਛਿੰਬੇ ਮਲਿਆਰ ਸਹਾਰੂ। ਇਉਂ ਸਾਧ ਸੰਗਤ ਜੀ ਇਹਨਾਂ ਸਾਰੇ ਸਿੱਖਾਂ ਨੂੰ ਮਹਾਰਾਜ ਦੀਆਂ ਉਪਦੇਸ਼ ਬਖਸ਼ਿਆ। ਉਸ ਤੋਂ ਬਾਅਦ ਇੱਕ ਦੋ ਸ਼ਿੰਬੇ ਜਾਤ ਦੇ, ਇੱਕ ਜਿਹਦਾ ਨਾਮ ਮਲਿਆਰ ਹੈ, ਇੱਕ ਸਹਾਰੂ। ਇਹ ਦੋ ਸਿੱਖ ਹਨ। ਪਰੇ ਚਰਨ ਲੱਖ ਗੁਰ ਸੁਖ ਕਾਰੂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੁਖ ਦੇਣ ਵਾਲਾ ਜਾਣ ਕੇ, ਸਤਿਗੁਰਾਂ ਦੀ ਚਰਨ ਸੁਖੀ ਜਾਣ ਕੇ ਵੀ ਮਹਾਰਾਜ ਦੀ ਚਰਨ ਵਿੱਚ ਪਿਆ ਸੌਖੇ ਹੋ ਜਾਈਦਾ। ਇਹ ਵਿਚਾਰ ਕਰਕੇ ਦੋ ਸ਼ਿੰਬੇ ਸਿੱਖ ਭਾਈ ਮਲਿਆਰ ਤੇ ਭਾਈ ਸਰਾਹੂ ਜੀ ਇਹ ਦੋਹੇ ਮਹਾਰਾਜ ਦੀ ਚਰਨੀ ਆਏ ਆ ਗੋਇੰਦਵਾਲ। ਤਿਨ ਪ੍ਰਤ ਕਰਤ ਭਏ ਉਪਦੇਸ਼। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੋ ਸਿੱਖਾਂ ਨੂੰ ਉਪਦੇਸ਼ ਦੇ ਰਹੇ ਆ। ਸਿੱਖਨ ਸੇਵਾ ਕਰਿਓ ਵਿਸ਼ੇਸ਼। ਮਹਾਰਾਜ ਕਹਿੰਦੇ ਭਾਈ ਮਲਿਆਰ ਤੇ ਭਾਈ ਸਹਾਰੂ ਜੀ ਜੇ ਸੁਖ ਚਾਹੁੰਦੇ ਹੋ ਤੇ ਵਿਸ਼ੇਸ਼ ਕਰਕੇ ਗੁਰਸਿੱਖਾਂ ਦੀ ਸੇਵਾ ਕਰੋ ਭਾਈ। ਗੁਰਸਿੱਖਾਂ ਦੀ ਸੇਵਾ ਦੇ ਵਿੱਚ ਸਾਰੇ ਸੁੱਖ ਛੁਪੇ ਹੋਏ ਆ। ਸੀਵਾਂ ਬਸਤਰ ਅੰਗ ਪਹਿਰਾਵ। ਇਹ ਸਾਧ ਸੰਗਤ ਜੀ ਦਰਜੀ ਸੀਗੇ ਦੋਵੇਂ ਸ਼ਿੰਬੇ। ਔਰ ਮਹਾਰਾਜ ਕਹਿੰਦੇ ਕੀ ਕਰਨਾ ਤੁਸੀਂ ਵੀ ਜੇ ਕਲਿਆਣ ਚਾਹੁੰਦੇ ਤੇ ਸਿੱਖਾਂ ਦੀ ਸੇਵਾ ਕਰੋ। ਕਹਿੰਦੇ ਮਹਾਰਾਜ ਸੇਵਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਭਾਈ ਇਉਂ ਜਾਣ ਲਓ ਕਿ ਸਿੱਖਾਂ ਦੀ ਸੇਵਾ ਵਿਸ਼ੇਸ਼ ਕਰਕੇ ਇਹ ਹੈ ਵੀ ਸੋਹਣੇ ਬਸਤਰ ਸਿਉਂ ਕਰਕੇ
ਤੇ ਸਿੱਖਾਂ ਨੂੰ ਭੇਂਟ ਕਰਨੇ, ਉਹਨਾਂ ਦੇ ਪਹਿਨਣ ਵਾਸਤੇ ਦੇਣੇ। ਹੋਏ ਮਲੀਨ ਜੇ ਮੈਲ ਗਵਾਵ। ਤੇ ਜੇ ਤੁਹਾਨੂੰ ਕਿਸੇ ਸਿੱਖ ਦਾ ਵਸਤਰ ਮੈਲਾ ਲੱਗੇ ਤੇ ਉਹ ਸਿੱਖ ਦੇ ਵਸਤਰ ਚੁੱਕ ਕਰਕੇ ਉਹਦੀ ਮੈਲ ਦੂਰ ਕਰਨੀ, ਭਾਵ ਕਿਸੇ ਮੈਲੇ ਕੱਪੜੇ ਪਾਏ ਹੋਏ ਸਿੱਖ ਦੇ ਕੱਪੜੇ ਧੋਣੇ। ਜਦੋਂ ਅਸੀਂ ਸਾਧ ਸੰਗਤ ਦੀ ਜਥੇ ਵਿੱਚ ਪੜ੍ਹਦੇ ਸਾਂ, ਵਿਦਿਆਰਥੀ ਰੂਪ ਸੀ, ਉਹਨਾਂ ਸਮਿਆਂ ਵਿੱਚ ਜੋਗੇਵਾਲ ਸਾਡੇ ਨਾਲ ਇਹੋ ਜਿਹੇ ਸਿੰਘ ਵੀ ਪੜ੍ਹਦੇ ਸੀ ਜਿਨ੍ਹਾਂ ਦੇ ਵਿੱਚ ਇੰਨੀ ਸ਼ਰਧਾ ਸੀ ਸਾਧ ਸੰਗਤ ਦੀ। ਜਿਹੜੇ ਲਾਂਗਰੀ ਸਿੰਘ ਹੁੰਦੇ ਸੀ ਇੱਥੇ ਵਿਦਿਆਲੇ ਵਿੱਚ ਜਥੇ ਵਿੱਚ ਲੰਗਰ ਬਣਾਉਣ ਵਾਲੇ, ਉਹਨਾਂ ਦੇ ਵਸਤਰ ਸਭ ਤੋਂ ਵੱਧ ਗੰਦੇ ਹੁੰਦੇ ਆ, ਕਿਉਂਕਿ ਲੰਗਰ ਦੀ ਸੇਵਾ ਮਹਾਨ ਹੈ। ਵੱਡੇ ਵੱਡੇ ਕੜਾਹੇ, ਕਿਉਂਕਿ ਸੰਗਤ ਬਹੁਤ ਆਉਂਦੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਉੱਥੇ ਜੋਗੇ ਵਾਲੇ। ਔਰ ਉੱਥੇ ਉਹਨਾਂ ਲਾਂਗਰੀ ਸਿੰਘਾਂ ਨੇ ਜਾਂ ਜਿਨ੍ਹਾਂ ਦੀ ਲੰਗਰ ਵਿੱਚ ਡਿਊਟੀ ਹੁੰਦੀ, ਜਿਨ੍ਹਾਂ ਸਿੰਘਾਂ ਦੀ, ਉਹਨਾਂ ਦੇ ਵਸਤਰ ਜ਼ਿਆਦਾ ਗੰਦੇ ਹੁੰਦੇ ਸਨ। ਔਰ ਸਾਰਾ ਦਿਨ ਸੇਵਾ ਕਰਨੀ ਲੰਗਰ ਵਿੱਚ, ਫਿਰ ਅੱਗ ਬਲਣ ਕਰਕੇ ਸੇਕ ਵੀ ਹੁੰਦਾ। ਇਹਨਾਂ ਦਿਨਾਂ ਵਿੱਚ ਬਹੁਤ ਪਸੀਨਾ ਆਉਂਦਾ। ਫਿਰ ਉਹਨਾਂ ਵਿਚਾਰਿਆਂ ਕੋਲ ਸਮਾਂ ਵੀ ਥੋੜ੍ਹਾ ਹੁੰਦਾ। ਉਹਨਾਂ ਵਿੱਦਿਆ ਵੀ ਪੜ੍ਹਨੀ ਹੁੰਦੀ, ਆਪਦੀ ਸੰਥਿਆ ਵੀ ਪਕਾਉਣੀ ਹੁੰਦੀ ਵਾ। ਉੱਥੇ 25 ਵਾਰੀ ਪੜ੍ਹਨ ਦੀ ਮਰਿਆਦਾ, ਔਰ ਸੰਥਿਆ ਵੀ ਪਕਾਉਣੀ ਹੁੰਦੀ ਹੈ। ਉਸਤਾਦ ਪਾਸੋਂ ਉਹਨਾਂ ਸੰਥਿਆ ਲੈਣੀ ਵੀ ਹੁੰਦੀ ਸੀ ਤੇ ਲੰਗਰ ਦੀ ਸੇਵਾ ਵੀ ਸਾਂਭਣੀ ਹੁੰਦੀ ਸੀ, ਜਿਨ੍ਹਾਂ ਕੋਲ ਬਹੁਤ ਥੋੜ੍ਹਾ ਟਾਈਮ ਹੁੰਦਾ ਸੀ। ਅੰਮ੍ਰਿਤ ਵੇਲੇ ਵੀ ਤਕਰੀਬਨ 4 ਵਜੇ ਤੋਂ ਪਹਿਲਾਂ ਹੀ ਸਾਧ ਸੰਗਤ ਦੀ ਲੰਗਰ ਵਿੱਚ ਭਾਂਡੇ ਸਾਫ਼ ਹੋਣੇ ਸ਼ੁਰੂ ਹੋ ਜਾਂਦੇ। ਰਾਤ ਨੂੰ ਕਰੀਬ ਕਰੀਬ ਸਿੰਘਾਂ ਦੇ ਪ੍ਰਸ਼ਾਦਾ ਛਕਣ ਤੋਂ ਬਾਅਦ 9 ਵੱਜ ਜਾਂਦੇ। ਉੱਥੇ ਉਹਨਾਂ ਦਾ ਸਾਰਾ ਦਿਨ ਲੰਗਰ ਵਿੱਚ ਲੰਘਦਾ ਤੇ ਉਹਨਾਂ ਦੇ ਵਸਤਰ ਧੋਣ ਦਾ ਵੀ ਉਹਨਾਂ ਨੂੰ ਸਮਾਂ ਨਹੀਂ ਸੀ ਮਿਲਦਾ। ਇੱਥੇ ਕਈ ਸਿੰਘ ਸਾਧ ਸੰਗਤ ਜੀ ਇਹੋ ਜਿਹੇ ਸਨ ਸਾਡੇ ਨਾਲ ਪੜ੍ਹਦੇ, ਉਹਨਾਂ ਨੇ ਉਹ ਲਾਂਗਰੀ ਸਿੰਘਾਂ ਦੇ ਵਸਤਰ ਚੋਰੀ ਚੁੱਕ ਕੇ, ਇਹ ਵਿਖਾਵਾ ਵੀ ਨਾ ਹੋਵੇ, ਕਿਉਂਕਿ ਉੱਥੇ ਸਿੰਘ ਛੇਤੀ ਕਿਤੇ ਆਪਦੀ ਸੇਵਾ ਕਿਸੇ ਦੂਜੇ ਨੂੰ ਨਹੀਂ ਸੀ ਦਿੰਦੇ। ਆਪਦਾ ਸਾਰਾ ਕੱਪੜੇ, ਆਪਦੀ ਕਿਰਿਆ ਸਾਰੀ ਸਿੰਘ ਆਪ ਕਰਦੇ। ਤੇ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਇਹਨਾਂ ਤੋਂ ਮੰਗੇ ਵਸਤਰ ਇਹਨਾਂ ਦੇਣੇ ਨਹੀਂ। ਉਹਨਾਂ ਸਿੰਘਾਂ ਨੇ ਸਾਧ ਸੰਗਤ ਜੀ ਚੋਰੀ ਵਸਤਰ ਚੁੱਕਣੇ ਉਹਨਾਂ ਲਾਂਗਰੀਆਂ ਦੇ, ਜਦੋਂ ਉਹਨਾਂ ਲੰਗਰ ਵਿੱਚ ਹੋਣਾ। ਔਰ ਉਹਨਾਂ ਸਿੰਘਾਂ ਦੇ ਵਸਤਰ ਚੋਰੀ ਚੁੱਕ ਕੇ ਤੇ ਬਾਹਰ ਜਿੱਥੇ ਟੂਟੀਆਂ ਲੱਗੀਆਂ ਉੱਥੇ ਜਾ ਕੇ ਵਸਤਰ ਧੋ ਕੇ ਸੁਕਾ ਕੇ ਤੇ ਉਹਨਾਂ ਦੇ ਆਉਣ ਤੀਕਰ ਉਹਨਾਂ ਫਿਰ ਉੱਥੇ ਹੀ ਰੱਖ ਦੇਣੇ। ਉਹਨਾਂ ਵੇਖ ਵੇਖ ਬਹੁਤ ਹੈਰਾਨ ਹੋਣਾ ਵੀ ਵਸਤਰ ਮੈਲੇ ਧੋਣ ਦੀ ਲੋੜ ਵੀ ਨਹੀਂ ਪੈਂਦੀ ਤੇ ਕੌਣ ਸਾਡੇ ਵਸਤਰ ਧੋ ਜਾਂਦਾ। ਸਮਾਂ ਪਾ ਕੇ ਪਤਾ ਚਾਹੇ ਲੱਗ ਜਾਂਦਾ ਰਿਹਾ, ਪਰ ਸੇਵਾ ਦੀ ਭਾਵਨਾ ਉਹਨਾਂ ਸਿੰਘਾਂ ਵਿੱਚ ਇੰਨੀ ਸੀ। ਕੁਝ ਕੁ ਸਿੰਘ ਹੈ ਥੋੜ੍ਹੇ ਸੀ, ਪਰ ਉਹਨਾਂ ਸਿੰਘਾਂ ਵਿੱਚ ਇਹ ਭਾਵਨਾ ਰਹੀ। ਉਹ ਚੋਰੀ ਸਾਧ ਸੰਗਤ ਜੀ ਉਹਨਾਂ ਦੇ ਮੈਲੇ ਵਸਤਰ ਧੋਂਦੇ ਸਨ। ਤੇ ਉਹ ਸਿੰਘ ਸਾਧ ਸੰਗਤ ਜੀ ਮਹਾਰਾਜ ਦੀ ਇਹੋ ਜਿਹੀ ਦਇਆ, ਸਤ ਮਹਾਂਪੁਰਖਾਂ ਦੀ ਇੰਨੀ ਮਿਹਰ ਹੋਈ। ਉਹਨਾਂ ਸਿੰਘਾਂ ਦਾ ਨਾਮ ਕੀ ਲੈਣਾ, ਉਹਨਾਂ ਦੇ ਘਰਾਂ ਵਿੱਚ ਗਰੀਬੀ ਬਹੁਤ ਸੀਗੀ। ਔਰ ਇਸ ਸਮੇਂ ਸਾਧ ਸੰਗਤ ਜੀ ਉਹ ਸਿੰਘ ਦੇ ਪਰਿਵਾਰ ਅਮਰੀਕਾ ਕੈਨੇਡਾ ਬੈਠੇ ਹਨ। ਔਰ ਉਸ ਜਿਨ੍ਹਾਂ ਦੇ ਘਰਾਂ ਵਿੱਚ ਰੋਟੀ ਨਹੀਂ ਸੀ ਪੱਕਦੀ, ਤੇ ਸਿੰਘਾਂ ਦੀ ਸੇਵਾ ਦੇ ਵਿੱਚੋਂ ਸਾਧ ਸੰਗਤ ਜੀ ਇੰਨਾ ਫਲ ਮਿਲਿਆ ਕਿ ਉਹ ਇਸ ਵਕਤ ਉਹਨਾਂ ਦੇ ਪਰਿਵਾਰ ਸਾਧ ਸੰਗਤ ਜੀ ਜਿਨ੍ਹਾਂ ਦੇ ਸੰਯੋਗ ਹੋਣ ਦੀ ਵੀ ਕੋਈ ਇੱਛਾ ਆਸ ਨਹੀਂ, ਉਹਨਾਂ ਨੂੰ ਮਹਾਰਾਜ ਨੇ ਇਤਨੀ ਦੌਲਤ ਸ਼ੌਹਰਤ ਔਰ ਮਾਣ ਸਨਮਾਨ। ਤੇ ਗਿਆਨੀ ਸਿੰਘ ਹਨ ਉਹ ਸਾਰੇ ਹੀ ਕਥਾ ਕਰਦੇ। ਦਾਸ ਦੇ ਵਿੱਦਿਆ ਦਾ ਤੇ ਗਿਆਨੀ ਸੁਲੱਖਣ ਸਿੰਘ ਜੀ ਸਤਿਪੁਰਖ ਸਾਧ ਸੰਗਤ ਜੀ ਅਕਸਰ ਹੀ ਉਹ ਇਹੀ ਵਚਨ ਆਖਿਆ ਕਰਦੇ ਸੀ। ਉਹ ਕਹਿੰਦੇ ਹੁੰਦੇ ਸੀ ਕਿ ਮੇਰੇ ਕੋਲ ਕੁਝ ਨਹੀਂ ਹੈ ਤੇ ਸਾਡੇ ਕੋਲ ਜਿੰਨਾ ਕੁਝ ਹੈ ਇਹ ਗਿਆਨੀ ਜੀ ਦੱਸਿਆ ਕਰਦੇ। ਕਹਿੰਦੇ ਜੋ ਕੁਝ ਹੈ ਸਾਰਾ ਕੁਝ ਸਿੰਘਾਂ ਦੀ ਸੇਵਾ 'ਚੋਂ ਮਿਲਿਆ ਜੋ ਵੀ ਹੈ। ਤੇ ਉਹ ਸਿੰਘਾਂ ਨੂੰ ਅਕਸਰ ਕਿਹਾ ਕਰਦੇ ਸੀ, ਜਦੋਂ ਕੋਈ ਸਿੰਘ ਵਿੱਦਿਆ ਨਾ ਪੜ੍ਹਦਾ ਜਾਂ ਤੰਗ ਕੋਈ ਸੇਵਾ ਨਾ ਕਰਦਾ ਤੇ ਮਹਾਂਪੁਰਸ਼ਾਂ ਨੇ ਆਖਣਾ ਕਿ ਮੈਂ ਤੁਹਾਡੀ ਸੇਵਾ ਭਾਈ ਦਇਆ ਸਿੰਘ ਜਾਣ ਕੇ ਕਰਦਾ। ਜਿਹੜੀ ਤੁਹਾਨੂੰ ਵਿੱਦਿਆ ਪੜ੍ਹਾ ਰਹੇ ਹਾਂ, ਭਾਈ ਦਇਆ ਸਿੰਘ, ਭਾਈ ਮੋਹਕਮ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ ਜਾਣ ਕੇ, ਤੁਹਾਨੂੰ 5 ਪਿਆਰੇ ਜਾਣ ਕੇ ਅਸੀਂ ਤੁਹਾਨੂੰ ਵਿੱਦਿਆ ਪੜ੍ਹਾਉਣੇ ਆ। ਨਾਲੇ ਵਿਦਿਆਰਥੀ ਸਨ, ਵਿੱਦਿਆ ਪੜ੍ਹਨ ਆਏ ਹੋਏ, ਤੇ ਆਇਆਂ ਨੂੰ ਖਾਲਸਾ ਜੀ ਕਿਵੇਂ ਜਾਣਦੇ ਸੀ, ਜਿਵੇਂ ਭਾਈ ਦਇਆ ਸਿੰਘ ਨੂੰ ਜਾਣੀਦਾ। ਗਿਆਨੀ ਜੀ ਐਂ ਸਾਧ ਸੰਗਤ ਦੀ ਸਿੰਘਾਂ ਦੀ ਸੇਵਾ ਕਰਦੇ। ਕਿਸੇ ਵੇਲੇ ਪਰਿਵਾਰ ਨੂੰ ਸਹੂਲਤ ਦੇਣੋਂ ਖੁੰਝ ਜਾਂਦੇ ਸੀ, ਪਰ ਸਿੰਘਾਂ ਦੇ ਪ੍ਰਥਾਏ ਕਦੇ ਵਸਾ ਨਹੀਂ ਸੀ ਖਾਇਆ ਕਰਦੇ।
ਤੋ ਇਹੋ ਜਿਹੀ ਸਿੱਖਿਆ ਕਿੱਥੋਂ ਮਿਲਦੀ ਹੈ ਸਾਧ ਸੰਗਤ ਜੀ? ਇਹਨਾਂ ਪ੍ਰਾਤਨ ਗ੍ਰੰਥਾਂ ਵਿੱਚੋਂ। ਇੱਥੇ ਪ੍ਰਤੱਖ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਕਿ ਭਾਈ ਜੇ ਮਲਿਆਗਰ ਭਾਈ ਸਹਾਰੂ ਜੀ ਜੇ ਚਾਹੁੰਦੇ ਹੋ ਨਾ ਕਲਿਆਣ, ਤੇ ਸਿੱਖਾਂ ਨੂੰ ਵਸਤਰ ਸੀ ਸੀ ਕੇ ਦਿਆ ਕਰੋ। ਇੱਥੇ ਕਾਰ ਸੇਵਾ ਦੇ ਡੇਰੇ ਮੁਕਤਸਰ ਵੀ ਇੱਕ ਮਾਈ ਹੈ। ਇਹ ਨਹੀਂ ਘਰ ਵਿੱਚ ਕੋਈ ਘਾਟ ਹੈ, ਘਰੋਂ ਵੀ ਬਹੁਤ ਮਹਾਰਾਜ ਦੀ ਦਇਆ ਹੈ। ਉਹ ਇੱਥੇ ਸਾਧ ਸੰਗੀ ਸਿੰਘਾਂ ਦੇ ਵਸਤਰ ਸਿਉਂ ਕੇ ਇੱਥੇ ਕਾਰ ਸੇਵਾ ਵਾਲੇ ਜਿੰਨੇ ਸੇਵਾਦਾਰ ਇਹਨਾਂ ਨੂੰ ਕਛਹਿਰੇ ਆਦਿ ਕੁੜਤੀਆਂ ਸਿਉਂ ਕੇ ਮਾਈ ਸੇਵਾ ਕਰਦੀ, ਕੋਈ ਮਾਇਆ ਨਹੀਂ ਲੈਂਦੀ। ਬੜੀ ਦੂਰ ਦੂਰ ਤੱਕ ਜਿੱਥੇ ਵੀ ਕੋਈ ਸੇਵਾ ਕਰਦਾ ਉਹਨਾਂ ਨੂੰ ਹੱਥੀਂ ਵਸਤਰ ਸੀ ਕੇ ਮਾਤਾ ਜਦੋਂ ਕੋਈ ਵਸਤਰ ਪਹਿਨਿਆ ਵੇਖਦੀ ਫਿਰ ਬੜੀ ਖੁਸ਼ ਹੁੰਦੀ ਵੀ ਮੇਰੇ ਹੱਥ ਸਫਲੇ ਆ, ਮੇਰੇ ਹੱਥਾਂ ਦੇ ਬਣੇ ਹੋਏ ਵਸਤਰ ਸਿੰਘਾਂ ਨੇ ਪਾਏ ਆ ਤੇ ਬਾਣੀ ਪੜ੍ਹਦੇ ਨਾਲ ਸੇਵਾ ਕਰਦੇ। ਉਹਦੀ ਕਿੱਡੇ ਸਾਧ ਸੰਗਤ ਦੀ ਕਰਮਾਂ ਵਾਲੇ ਹੱਥ ਹੈ ਜਿਨ੍ਹਾਂ ਹੱਥਾਂ ਨੇ ਵਸਤਰ ਬਣਾਏ, ਉਹ ਵਸਤਰ ਪਾ ਕੇ ਕੋਈ ਸੇਵਾ ਕਰਦਾ। ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਆ ਕਿ ਭਾਈ ਜੇ ਮੈਲਾ ਵਸਤਰ ਦਿਸਦਾ ਕਿਸੇ ਦਾ ਉਹਨੂੰ ਉਜਲ ਕਰਨਾ, ਉਹਨੂੰ ਧੋ ਦੇਣਾ ਹੈ। ਉਜਲ ਆਛੇ ਕਰ ਦੇਹੋ, ਤੇ ਚੰਗੀ ਤਰ੍ਹਾਂ ਪਵਿੱਤਰ ਸੋਹਣਾ ਬਣਾ ਕੇ ਵਸਤਰ ਉਹਨੂੰ ਦੇ ਦੇਣਾ। ਔਰ ਉਜਲਤਾ ਪੁਨ ਤਮਲੇ ਹੋ, ਤੇ ਫਿਰ ਜਦੋਂ ਉਹਨਾਂ ਦੇ ਵਸਤਰ ਉਜਲ ਹੋਣਗੇ ਜਿਵੇਂ ਜਿਵੇਂ ਸਿੱਖਾਂ ਦੇ, ਉਵੇਂ ਤੁਹਾਡਾ ਹਿਰਦੇ ਦੀ ਮੈਲ ਕੱਟੀ ਜਾਵੇਗੀ। ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ। ਜਿੱਥੇ ਸਿੱਖਾਂ ਦੇ ਵਸਤਰ ਉਜਲੇ ਹੋਣਗੇ ਤੁਹਾਡੇ ਹੱਥ ਵੀ ਸਫਲੇ ਤੇ ਤੁਹਾਡੇ ਮਨ ਦੀ ਮੈਲ ਕੱਟੀ ਜਾਵੇਗੀ। ਕਿਉਂਕਿ ਸਾਧ ਸੰਗਤ ਦੀ ਮੈਲ ਕੱਟਣ ਵਾਸਤੇ ਸੇਵਾ ਹੈ। ਕਈ ਵਾਰੀ ਬਾਣੀ ਪੜ੍ਹੋ, ਬਾਣੀ ਪੜ੍ਹਨ ਵਿੱਚ ਮਨ ਨਹੀਂ ਲੱਗਦਾ। ਸੰਗਤ ਕਰੋ, ਕਥਾ ਸੁਣਨ ਨੂੰ, ਕੀਰਤਨ ਸੁਣਨ ਨੂੰ ਮਨ ਨਹੀਂ ਲੱਗਦਾ। ਮਨ ਛੁੱਟ ਕੇ ਭੱਜਦਾ ਵੀ ਹੁਣ ਇੱਥੋਂ ਉੱਠ ਕੇ ਚਲੇ ਜਾਈਏ। ਉੱਥੋਂ ਜਾਣ ਲੈਣਾ ਚਾਹੀਦਾ ਵੀ ਸਾਡਾ ਕਥਾ ਸੁਣਨ ਨੂੰ, ਕੀਰਤਨ ਸੁਣਨ ਨੂੰ, ਬਾਣੀ ਸੁਣਨੇ ਨੂੰ ਮਨ ਤਾਂ ਨਹੀਂ ਕਰ ਰਿਹਾ, ਸਾਡੇ ਮਨ ਵਿੱਚ ਮੈਲ ਹੈ। ਤੇ ਮੈਲ ਸਾਧ ਸੰਗਤ ਜੀ ਕਿੱਡਾ ਮਰਜ਼ੀ ਪਾਪੀ ਹੋਵੇ, ਬਾਣੀ ਪੜ੍ਹਨ ਸੁਣਨ ਨੂੰ ਨਹੀਂ ਜੀ ਕਰਦਾ ਤੇ ਉਹ ਸੰਗਤ ਦੇ ਝੂਠੇ ਬਾਟੇ ਮਾਂਜੇ, ਸੰਗਤ ਦੇ ਜੋੜੇ ਝਾੜੇ, ਲੰਗਰ ਦੀ ਸੇਵਾ ਕਰੇ। ਲੰਗਰ ਦੀ ਸੇਵਾ, ਬਾਟੇ ਮਾਂਜਣੇ, ਹੋਰ ਬੇਅੰਤ ਜਿਹੜੀਆਂ ਸੇਵਾਵਾਂ ਕਰਨੀਆਂ, ਉਹਦੇ ਨਾਲ ਨਿਮਰਤਾ ਆਉਂਦੀ ਹੈ, ਮਨ ਦੀ ਮੈਲ ਕੱਟੀ ਜਾਂਦੀ ਹੈ। ਤੇ ਜਦ ਮਨ ਦੀ ਮੈਲ ਕੱਟੀ ਜਾਵੇ ਫਿਰ ਚਾਹੇ 4-4 ਪਹਿਰ ਵੀ ਖਾਲਸਾ ਦੀ ਇੱਕੇ ਚੌਂਕੜੇ ਵਿੱਚ ਕੋਈ ਬੈਠਾ ਰਹੇ, ਮਨ ਰੱਜਦਾ ਹੀ ਨਹੀਂ ਮਹਾਰਾਜ ਦੀ ਬਾਣੀ ਸੁਣ ਕੇ। ਇਹ ਸੇਵਾ ਦੀ ਵਡਿਆਈ ਹੈ। ਵਿਦਿਆਲਿਆਂ ਵਿੱਚ ਸਾਧ ਸੰਗਤ ਜੀ ਜਿਹੜੇ ਸਿੰਘ ਦੀ ਕਦੇ ਬੁੱਧ ਥੋੜ੍ਹੀ ਬਹੁਤੀ ਘੱਟ ਹੁੰਦੀ, ਜਿਹਨੂੰ ਪੜ੍ਹਨ ਵਿੱਚ ਦਿੱਕਤ ਆਉਂਦੀ ਸੀ, ਤੇ ਮਹਾਂਪੁਰਸ਼ ਉਹਨੂੰ ਕਿਹਾ ਕਰਦੇ ਤੂੰ ਬਾਟਿਆਂ ਦੀ ਸੇਵਾ ਕਰਿਆ ਕਰ। ਜਿੰਨੇ ਰਾਤ ਨੂੰ ਲੰਗਰ ਵਿੱਚ ਬਾਟੇ ਵੱਧ ਜਾਣੇ, ਉਹ ਇਕੱਲੇ ਸਿੰਘ ਨੇ ਖਾਲਸਾ ਜੀ ਸਾਫ਼ ਕਰਨੇ। 2-4-6 ਮਹੀਨਿਆਂ ਵਿੱਚ ਫਿਰ ਉਹਦੇ ਅੱਖਰ ਇਉਂ ਚੱਲਣੇ ਜਿਵੇਂ ਆ ਕੋਈ BA MA ਕੀਤੀ ਹੋਵੇ ਕਿਸੇ ਨੇ ਪੰਜਾਬੀ ਦੀ, ਐਂ ਉਸਦੇ ਅੱਖਰ ਚੱਲਦੇ ਸਨ ਤੇ ਆਉਂਦੇ ਸਨ। ਉਦੋਂ ਮੁਹਾਰਨੀ ਦਾ ਜਰਾ ਵੀ ਗਿਆਨ ਨਹੀਂ ਸੀ ਹੁੰਦਾ ਵੀ ਊੜਾ ਕਿਹਨੂੰ ਕਹਿੰਦੇ। ਕੋਰੇ ਅਨਪੜ੍ਹ ਸਨ ਜਿਹੜੇ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਪੜ੍ਹ ਹੀ ਨਹੀਂ ਸਕਦੇ, ਤੇ ਮਹਾਂਪੁਰਸ਼ਾਂ ਉਹਨਾਂ ਨੂੰ ਆਖਣਾ ਬਾਟੇ ਮਾਂਜੋ। ਉਹਨਾਂ ਸਾਧ ਸੰਗਤ ਜੀ 2-2, 3-3 ਮਹੀਨੇ ਰਾਤ ਨੂੰ ਜਿੰਨੇ ਬਚੇ ਲੰਗਰ ਦੇ ਭਾਂਡੇ ਤੇ ਸਿੰਘਾਂ ਦੇ ਝੂਠੇ ਬਾਟੇ ਮਾਂਜਣੇ। 3-4 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਫਿਰ ਕਾਇਦਾ ਮੁਹਾਰਨੀ ਪੜ੍ਹ ਕੇ 5 ਗ੍ਰੰਥੀ, ਉਹਨਾਂ ਦੇ ਅੱਖਰ ਇਉਂ ਚੱਲਣੇ ਜਿਵੇਂ ਕੋਈ ਪਹਿਲਾਂ ਸੰਥਿਆ ਕਰਕੇ ਆਇਆ ਹੋਵੇ। ਇਹ ਸੇਵਾ ਦੀ ਮਹਿਮਾ ਵਡਿਆਈ ਹੈ। ਮਹਾਰਾਜ ਦੱਸ ਰਹੇ ਆ ਜਦੋਂ ਉਹਨਾਂ ਦੇ ਵਸਤਰ ਉਜਲੇ ਹੋਣਗੇ, ਧੁੱਪ ਕੇ ਉਹਨਾਂ ਦੇ ਵਸਤਰ ਪਵਿੱਤਰ ਹੋਣਗੇ, ਤੇ ਭਾਈ ਜਾਣ ਲਓ ਉਦੋਂ ਤੁਹਾਡੇ ਮਨ ਵੀ ਉਜਲੇ ਹੋ ਜਾਣਗੇ। ਉਧਰ ਵਸਤਰਾਂ ਦੀ ਮੈਲ ਜਾਵੇਗੀ, ਇਧਰ ਤੁਹਾਡੇ ਮਨ ਦੀ ਮੈਲ ਕੱਟੀ ਜਾਵੇਗੀ। ਗੁਰ ਕੇ ਸੰਗ ਗੰਢ ਤਬ ਪਰ, ਤੇ ਫਿਰ ਗੁਰੂ ਦੇ ਨਾਲ ਜੋੜ ਪਵੇਗਾ ਤੁਹਾਡਾ। ਸੇਵਾ ਦੇ ਨਾਲ ਹੀ ਗੁਰੂ ਦੇ ਨਾਲ ਜੋੜ ਪੈਂਦਾ ਹੈ। ਸਤ ਸੰਗਤ ਮਨ ਕੀ ਮਲ ਹਰੈ, ਤੇ ਸਾਧ ਸੰਗਤ ਜਿਹੜੀ ਆ ਨਾ ਮਨ ਦੀ ਮੈਲ ਨੂੰ ਕੱਟ ਦਿੰਦੀ ਹੈ। ਸ਼ਰਧਾ ਧਰਿਓ ਕਰਹਾ ਗੁਰ ਸੇਵਾ, ਇਸ ਕਰਕੇ ਭਾਈ ਮਲਿਆਰ ਭਾਈ ਸਹਾਰੂ ਜੀ ਸ਼ਰਧਾ ਦੇ ਨਾਲ ਸੇਵਾ ਕਰੋ, ਮਨ ਨੀਵਾਂ ਕਰਕੇ, ਤੇ ਜਿੰਨੀ ਹੋ ਸਕਦੀ ਸੇਵਾ ਕਰਿਆ ਕਰੋ। ਸਿਮਰਹ ਨਾਮ ਜੋ ਦੇਵਨ ਦੇਵਾ, ਤੇ ਕਹਿੰਦੇ ਜਿਹੜੇ ਦੇਵਤਿਆਂ ਦਾ ਵੀ ਦੇਵਤਾ ਹੈ ਉਹ ਕੀ ਹੈ? ਵੱਡਿਆਂ ਤੋਂ ਵੱਡਾ ਨਾਮ। ਉਸ ਨਾਮ ਦਾ ਸਿਮਰਨ ਵਾਹਿਗੁਰੂ 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 ਵਾਹਿਗੁਰੂ, ਹੱਥਾਂ ਪੈਰਾਂ ਨਾਲ ਕੰਮ ਕਰਨਾ, ਸੇਵਾ ਕਰਨੀ। ਔਰ ਦੇਵਨ ਕੋ ਦੇਵ, ਜਿਹੜੇ ਵੱਡਿਆਂ ਤੋਂ ਵੱਡਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਇਸ ਨਾਮ ਦਾ ਮੁਖ ਦੇ ਨਾਲ ਜਾਪ ਕਰਨਾ ਹੈ।